Good morning. Displacement of fringes, determination of refractive index or thickness of a transparent sheet. ਇਸ ਐਕਸਪੈਰੀਮੈਂਟ ਦੇ ਵਿੱਚ ਕੀ ਹੈ, ਹੁਣ ਸਪੋਜ਼ ਤੁਹਾਡੇ ਕੋਲੇ ਵੇਵ ਫਰੰਟ ਹੈ। ਵੇਵ ਫਰੰਟ ਦੋ ਕੋਹੇਰੈਂਟ ਸੋਰਸਿਸ ਤੋਂ ਮਿਲ ਕੇ ਆਪਣੇ ਕੋਲ ਪ੍ਰੋਡਿਊਸ ਹੋ ਰਹੀ ਹੈ। ਉਹ ਵਾਲੇ ਜਿਹੜੇ ਵੇਵ ਫਰੰਟਸ ਹੈ ਉਹ ਬਿਲਕੁਲ ਜਿਹੜਾ ਸੇਮ ਡਿਸਟੈਂਸ ਕਵਰ ਕਰਨਗੇ ਅਤੇ ਉਹਨਾਂ ਦਾ ਜਮੈਟਰੀਕਲ ਪਾਥ ਲੈਂਥ ਇਕੁਅਲ ਹੋਏਗਾ ਆਪਟੀਕਲ ਪਾਥ ਲੈਂਥ ਦੀ। ਬਟ ਜੇ ਉਹਨਾਂ ਦੇ ਪਾਥ ਦੇ ਵਿੱਚ ਆਪਾਂ ਇੱਕ ਇੰਟਰੋਡਿਊਸ ਕਰਾ ਦਈਏ ਪਲੇਟ ਆਫ ਟਰਾਂਸਪੇਰੈਂਟ ਮਟੀਰੀਅਲ, ਇੱਕ ਕੋਹੇਰੈਂਟ ਸੋਰਸਿਸ ਤੋਂ ਜਿਹੜੀ ਵੇਵ ਆ ਰਹੀ ਹੈ ਉਸ ਦੇ ਰਾਸਤੇ ਦੇ ਵਿੱਚ ਆਪਾਂ ਕੀ ਰੱਖ ਦਈਏ ਪਲੇਟ ਆਫ ਟਰਾਂਸਪੇਰੈਂਟ ਮਟੀਰੀਅਲ, ਦੈਨ ਲੈਂਥ ਆਫ ਆਪਟੀਕਲ ਪਾਥ ਫॉर द रेज ऑफ फ्रॉम दैट सोर्स चेंज, ਦੈਨ ਆਪਟੀਕਲ ਪਾਥ ਚੇਂਜ ਹੋ ਜਾਏਗਾ। ਇਸ ਰਿਜ਼ਲਟ ਦੇ ਕਾਰਨ ਮੈਕਸੀਮਾ ਅਤੇ ਮਿਨੀਮਾ ਕੀ ਹੋਣਗੇ, ਚੇਂਜ ਹੋਣਗੇ। ਠੀਕ ਹੈ, ਅਤੇ ਉਹ ਕਿਸ ਦੇ ਇਕੁਅਲ ਆਏਗਾ, ਡਿਸਪਲੇਸਮੈਂਟ ਆਫ ਫਰਿੰਜਿਸ ਦੀ। ਅਤੇ ਇਹ ਜਿਹੜੀ ਡਿਸਪਲੇਸਮੈਂਟ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਨੈਕਸਟ ਹੈਗਾ ਲੇਟਰਲ ਸ਼ਿਫਟ, ਇਸ ਦੇ ਨਾਲ ਹੀ ਹੈ ਲੇਟਰਲ ਸ਼ਿਫਟ ਆਫ ਫਰਿੰਜਿਸ। ਸਪੋਜ਼ ਦੋ ਕੋਹੇਰੈਂਟ ਸੋਰਸਿਸ ਹੈਗੇ S1 ਅਤੇ S2। ਆਪਾਂ ਇੱਕ ਥਿਨ ਪਲੇਟ ਜੀ ਯੂਜ਼ ਕੀਤੀ ਹੈਗੀ ਹੈ ਇਨ ਦਾ ਪਾਥ ਆਫ S1। ਜਦੋਂ ਤੱਕ ਇਹ ਵਾਲੀ ਲਾਈਟ ਨਹੀਂ ਹੈ, S1 ਦੇ ਪਾਥ ਦੇ ਵਿੱਚ ਲਾਈਟ ਪਲੇਟ ਨਹੀਂ ਹੈ ਆਪਣੇ ਕੋਲੇ, ਦੈਨ ਇਹ ਵਾਲਾ ਜਿਹੜਾ ਮੈਕਸੀਮਮ ਬਣ ਰਿਹਾ ਉਹ ਓਬਟੇਨ ਹੋ ਰਿਹਾ O ਪੁਆਇੰਟ ਦੇ ਉੱਪਰ, ਅਤੇ S1O S2O ਇਹ ਵਾਲਾ ਜਿਹੜਾ ਪਾਥ ਹੈ ਦੋਨੋਂ ਇਕੁਅਲ ਹੈ। ਠੀਕ ਹੈ, ਬਟ ਜਦੋਂ ਇੱਥੇ ਪਲੇਟ ਰੱਖੀ, ਪਲੇਟ ਇੰਟਰੋਡਿਊਸ ਕਰਾਈ ਇਨ ਦਾ ਪਾਥ ਆਫ ਲਾਈਟ ਆਫ S1, ਦੈਨ ਇਸ ਦੇ ਕਾਰਨ ਕੀ ਹੋਏਗਾ, ਜਿਹੜਾ ਤੁਹਾਡੇ ਕੋਲੇ ਮੈਕਸੀਮਮ ਬਣ ਰਿਹਾ ਉਹ ਤੁਹਾਡੇ ਕੋਲੇ ਬਣੇਗਾ P ਪੁਆਇੰਟ ਦੇ ਉੱਪਰ। ਠੀਕ ਹੈ, ਅਤੇ ਇਹ ਵਾਲਾ ਜਿਹੜਾ ਡਿਸਟੈਂਸ ਹੈਗਾ S1O S2O ਇਹ ਸੇਮ ਨਹੀਂ ਰਹੇਗਾ, ਬਿਕੋਜ਼ ਇੱਥੇ ਟਰਾਂਸਪੇਰੈਂਟ ਮਟੀਰੀਅਲ ਰੱਖਤਾ, ਮੀਨਸ ਡੈਂਸਰ ਮੀਡੀਅਮ ਰੱਖਤਾ। ਇਹ ਵਾਲੀ ਲਾਈਟ ਜਲਦੀ ਇੱਥੇ ਪਹੁੰਚ ਜਾਏਗੀ, ਇਹ ਵਾਲੀ ਲਾਈਟ ਨੂੰ ਥੋੜ੍ਹਾ ਜਿਹਾ ਟਾਈਮ ਲੱਗੇਗਾ ਇੱਥੇ ਪਹੁੰਚਣ ਦੇ ਲਈ, ਇਸ ਕਰਕੇ S1O S2O ਸੇਮ ਨਹੀਂ ਰਹੇਗਾ। ਅਤੇ ਮੈਕਸੀਮਮ ਜਿਹੜਾ ਹੈਗਾ ਸੈਂਟਰਲ ਮੈਕਸੀਮਮ ਲੋਕੇਟ ਨਹੀਂ ਕਰੇਗਾ ਉਹ ਪੁਆਇੰਟ ਦੇ ਉੱਪਰ, ਉਹ ਡਿਸਪਲੇਸ ਹੋ ਜਾਏਗਾ P ਪੁਆਇੰਟ ਦੇ ਉੱਪਰ। ਠੀਕ ਹੈ, ਤਾਂ ਆਪਟੀਕਲ ਪਾਥ ਹੈਗੇ S1 to P ਥਰੂ ਦਾ ਪਲੇਟ ਐਂਡ S2P ਇਨ ਦਾ ਏਅਰ ਆਰ ਇਕੁਅਲ, ਦੈਨ S1P ਅਤੇ S2P ਇਹ ਦੋਨੋਂ ਜਿਹੜੇ ਆਪਟੀਕਲ ਪਾਥ ਹੈ ਦੋਨੋਂ ਸੇਮ ਰਹਿਣਗੇ। ਅਗਰ ਤੁਹਾਡੇ ਕੋਲ ਪਲੇਟ ਜਿਹੜੀ ਯੂਜ਼ ਕੀਤੀ ਹੈ ਉਸ ਦੀ ਥਿਕਨੈਸ ਹੈਗੀ ਹੈ T ਅਤੇ ਆਪਟੀਕਲ ਪਾਥ S1P ਆਪਟੀਕਲ ਪਾਥ ਹੈਗਾ, ਦੈਨ ਆਪਾਂ ਕੀ ਲਿਖ ਸਕਦੇ ਹਾਂ S1P ਮਾਈਨਸ ਆਫ T ਪਲੱਸ NT, ਇਸ ਨੂੰ ਲਿਖਾਂਗੇ S1P ਪਲੱਸ N ਮਾਈਨਸ 1 ਇੰਟੂ TT ਕਾਮਨ ਕੀਤਾ। N ਰਿਫਰੈਕਟਿਵ ਇੰਡੈਕਸ ਹੈਗਾ ਪਲੇਟ ਦਾ, ਅਤੇ P ਪੁਆਇੰਟ ਦੇ ਉੱਪਰ ਸੈਂਟਰਲ ਮੈਕਸੀਮਮ, ਦੈਨ S2P ਇਹ ਵਾਲਾ ਡਿਸਟੈਂਸ ਇਕੁਅਲ ਆ ਜਾਏਗਾ S1P ਪਲੱਸ N1 ਪਲੱਸ N ਮਾਈਨਸ 1 ਇੰਟੂ T ਦੇ, ਦੈਨ S2P ਮਾਈਨਸ S1P ਦੀ ਵੈਲਿਊ ਕੈਲਕੂਲੇਟ ਹੋ ਜਾਏਗੀ N1 N ਮਾਈਨਸ 1 ਇੰਟੂ T। ਅਗਰ P ਪੁਆਇੰਟ ਦੇ ਉੱਪਰ P ਜਿਹੜੀ ਲੋਕੇਸ਼ਨ ਹੈ ਉਹ ਹੈਗੀ PH ਬ੍ਰਾਈਟ ਫਰਿੰਜਿਸ ਦੀ ਇਨ ਐਬਸੈਂਸ ਆਫ ਗਲਾਸ ਪਲੇਟ, ਜਦੋਂ ਗਲਾਸ ਪਲੇਟ ਨਹੀਂ ਹੈ। S2P ਮਾਈਨਸ S1P ਇਜ਼ ਇਕਵਲਸ ਟੂ P ਲੈਮਡਾ ਦੇ। ਠੀਕ ਹੈ, ਇਹ ਵਾਲੀ ਦੋਨੇ ਇਕੁਏਸ਼ਨਸ ਨੂੰ ਕੰਪੇਅਰ ਕਰਾਂਗੇ, ਦੈਨ P ਲੈਮਡਾ ਇਜ਼ ਇਕਵਲਸ ਟੂ N ਮਾਈਨਸ 1 ਇੰਟੂ T ਦੇ ਇਕੁਅਲ ਹੈ। ਇਸ ਰਿਲੇਸ਼ਨ ਦੇ ਵਿੱਚੋਂ ਅਗਰ ਆਪਣੇ ਕੋਲ ਸਾਰੀ ਵੈਲਿਊਜ਼ ਨੋਨ ਹੈ, N ਦੀ ਵੈਲਿਊ ਜਾਂ T ਦੀ ਵੈਲਿਊ, ਲੈਮਡਾ ਦੀ ਵੈਲਿਊ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਜੇ ਆਪਣੇ ਕੋਲ ਦੂਜੀਆਂ ਜਿਹੜੀਆਂ ਅਦਰ ਵੈਲਿਊਜ਼ ਨੋਨ ਹੈਗੀਆਂ। ਇਹ ਵਾਲਾ ਜਿਹੜਾ ਸ਼ਿਫਟ ਹੋਇਆ ਮੈਕਸੀਮਾ O ਅਤੇ P, ਅਗਰ ਇਸ ਦਾ ਡਿਸਟੈਂਸ X ਹੈ, ਦੈਨ P ਪੁਆਇੰਟ ਦੇ ਉੱਪਰ Pth ਜਿਹੜੀ ਫਰਿੰਜ ਹੈ ਉਸ ਨੂੰ ਆਪਾਂ ਲਿਖ ਸਕਦੇ ਹਾਂ X ਇਜ਼ ਇਕਵਲਸ ਟੂ P ਇੰਟੂ ਬਿਟਾ, ਬਿਟਾ ਹੈਗਾ ਫਰਿੰਜ ਵਿਡਥ, ਉਸ ਦੀ ਵੈਲਿਊ ਹੈ ਲੈਮਡਾ ਕੈਪੀਟਲ D ਅਪੋਨ D। ਇੱਥੋਂ ਤੁਹਾਡੇ ਕੋਲ P ਲੈਮਡਾ ਦੀ ਵੈਲਿਊ ਕੈਲਕੂਲੇਟ ਕਰਾਂਗੇ ਸਮਾਲ d ਅਪੋਨ ਕੈਪੀਟਲ D ਇੰਟੂ X, ਇਹ ਵਾਲੀ P ਲੈਮਡਾ ਦੀ ਵੈਲਿਊ ਇਸ ਇਕੁਏਸ਼ਨ ਦੇ ਵਿੱਚ ਸਬਸਟੀਟਿਊਟ ਕਰਾਂਗੇ, ਦੈਨ N ਮਾਈਨਸ 1 ਇੰਟੂ T ਇਜ਼ ਇਕਵਲਸ ਟੂ D ਅਪੋਨ D ਇੰਟੂ X। ਇਸ ਰਿਲੇਸ਼ਨ ਤੋਂ ਆਪਾਂ N ਦੀ ਵੈਲਿਊ ਅਤੇ T ਦੀ ਵੈਲਿਊ ਡਿਟਰਮਾਈਨ ਕਰਾਂਗੇ ਜਦੋਂ ਦੂਜੀਆਂ ਵੈਲਿਊਜ਼ ਆਪਣੇ ਕੋਲ ਨੋਨ ਹੋਣਗੀਆਂ। ਅਗਰ ਐਕਚੁਅਲ ਪ੍ਰੈਕਟਿਸ ਦੀ ਗੱਲ ਕਰੀਏ, ਐਕਚੁਅਲ ਪ੍ਰੈਕਟਿਸ ਦੇ ਵਿੱਚ ਇਹ ਵਾਲਾ ਜਿਹੜਾ ਐਕਸਪੈਰੀਮੈਂਟ ਹੈ ਪਰਫੋਰਮ ਕਰਨਾ ਡਿਫੀਕਲਟ ਹੈ ਮੋਨੋਕਰਮੈਟਿਕ ਲਾਈਟ ਦੇ ਨਾਲ, ਬਿਕੋਜ਼ ਸਾਰੀਆਂ ਜਿਹੜੀਆਂ ਫਰਿੰਜਸ ਬਿਲਕੁਲ ਸੇਮ ਹੋਣਗੀਆਂ ਅਤੇ ਜਿਹੜੀ ਸ਼ਿਫਟ ਹੈ ਉਹ ਆਈਡੈਂਟੀਫਾਈ ਨਹੀਂ ਕਰ ਸਕਾਂਗੇ। ਇਸ ਰੀਜ਼ਨ ਦੇ ਕਾਰਨ ਜਿਹੜੀ ਯੂਜ਼ ਕਰਾਂਗੇ ਐਕਸਪੈਰੀਮੈਂਟ ਦੇ ਵਿੱਚ ਲਾਈਟ, ਉਹ ਤੁਹਾਡੇ ਕੋਲ ਹੋਏਗੀ ਵਾਈਟ ਲਾਈਟ। ਵਾਈਟ ਲਾਈਟ ਦੇ ਨਾਲ ਮੈਕਸੀਮਾ ਜਿਹੜਾ ਬਣੇਗਾ ਸੈਂਟਰ ਦੇ ਵਿੱਚ ਉਹ ਵਾਈਟ ਹੋਏਗਾ, ਅਤੇ ਉਸ ਦੇ ਸਰਾਊਂਡ
ਕਲਰਡ ਫਰਿੰਜਸ ਹੋਣਗੀਆਂ। ਇਸ ਦੇ ਨਾਲ ਆਪਾਂ ਜਿਹੜੀ ਸ਼ਿਫਟ ਹੈਗੀ ਹੈ ਵਾਈਟ ਫਰਿੰਜਸ ਦੀ ਉਹ ਈਜ਼ੀ ਲੋਕੇਟ ਕਰ ਸਕਦੇ ਹਾਂ, ਉਹ ਈਜ਼ੀ ਮੈਜ਼ਰ ਕਰਾਂਗੇ ਵਿਦ ਮਾਈਕਰੋਮੀਟਰ ਦੇ ਨਾਲ ਅਤੇ ਇਹ ਵਾਲੀ ਇਕੁਏਸ਼ਨ ਨੂੰ ਯੂਜ਼ ਕਰਕੇ। ਨੈਕਸਟ ਹੈ ਇੰਟਰਫੇਰੈਂਸ ਬਾਈ ਡਿਵੀਜ਼ਨ ਆਫ ਐਂਪਲੀਟਿਊਡ। ਜਿਹੜਾ ਆਪਾਂ ਪਹਿਲਾਂ ਕੀਤਾ ਸੀ ਉਹ ਸੀ ਇੰਟਰਫੇਰੈਂਸ ਬਾਈ ਡਿਵੀਜ਼ਨ ਆਫ ਵੇਵ ਫਰੰਟ। ਉਸ ਦੇ ਵਿੱਚ ਜਿਵੇਂ ਜੰਗਸ ਡਬਲ ਸਲਿਟ ਐਕਸਪੈਰੀਮੈਂਟ ਹੈ ਜਾਂ ਫਰੈਜ਼ਨਲ ਬਾਈਫ੍ਰਿਜ਼ਮ, ਲੋਰਾਈਸ ਮਿਰਰ, ਇਹ ਸਾਰੇ ਉਸ ਦੇ ਐਗਜ਼ਾਮਪਲ ਸੀਗੇ। ਹੁਣ ਹੈਗੀ ਸੈਕਿੰਡ ਟੈਕਨੀਕ ਜਿਸ ਦੇ ਨਾਲ ਡਿਵੀਜ਼ਨ ਆਫ ਐਂਪਲੀਟਿਊਡ ਦੇ ਕਾਰਨ ਇੰਟਰਫੇਰੈਂਸ ਪ੍ਰੋਡਿਊਸ ਹੋਏਗਾ। ਇਸ ਦੇ ਵਿੱਚ ਜਿਹੜੀ ਬੀਮ ਆਫ ਲਾਈਟ ਹੈ ਕਿਸੇ ਵੀ ਸੋਰਸ ਤੋਂ ਆ ਰਹੀ ਹੈ ਉਹ ਸਪਲਿਟ ਹੋਏਗੀ ਦੋ ਜਾਂ ਦੋ ਤੋਂ ਮੋਰ ਪਾਰਟਸ ਦੇ ਵਿੱਚ ਬਾਈ ਪਾਰਸ਼ਲ ਰਿਫਲੈਕਸ਼ਨ ਔਰ ਰੀਫਰੈਕਸ਼ਨ ਦੇ ਕਾਰਨ। ਪਾਰਸ਼ਲ ਰਿਫਰੈਕਸ਼ਨ ਅਤੇ ਰੀਫਲੈਕਸ਼ਨ ਦੇ ਕਾਰਨ ਜਿਹੜੀ ਬੀਮ ਸਪਲਿਟ ਹੋਏਗੀ ਉਹ ਕੀ ਹੈ ਇੰਟਰਫੇਰੈਂਸ ਕਰਨੀ ਹੈ ਇੱਕ ਦੂਜੇ ਦੇ ਨਾਲ। ਅਤੇ ਜਿਹੜੀ ਦੋ ਜਾਂ ਦੋ ਤੋਂ ਜ਼ਿਆਦਾ ਜਿਹੜੀਆਂ ਬੀਮਸ ਹੈ ਜਦੋਂ ਪ੍ਰੋਡਿਊਸ ਹੋ ਗਈਆਂ ਉਹਨਾਂ ਦਾ ਜਿਹੜਾ ਸਮ ਆਫ ਇੰਟੈਂਸਿਟੀਜ਼ ਹੈ ਉਹ ਬਿਲਕੁਲ ਇਕੁਅਲ ਹੋਏਗਾ ਓਰੀਜਨਲ ਬੀਮ ਦੀ ਇੰਟੈਂਸਿਟੀ ਦੀ। ਤਾਂ ਇੰਟੈਂਸਿਟੀ ਆਫ ਜਿਹੜੀ ਵੇਵ ਹੈ ਜਾਂ ਲਾਈਟ ਵੇਵ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨ ਹੈਗੀ ਐਂਪਲੀਟਿਊਡ ਦੇ ਸਕੇਅਰ ਦੇ। ਦੈਟ ਮੀਨਸ ਜਿਹੜਾ ਆਪਾਂ ਇੰਟਰਫੇਰੈਂਸ ਪ੍ਰੋਡਿਊਸ ਕਰਾਂਗੇ ਉਹ ਹੈ ਡਿਵੀਜ਼ਨ ਆਫ ਐਂਪਲੀਟਿਊਡ ਦੇ ਕਾਰਨ। ਜਿਵੇਂ ਤੁਹਾਡੇ ਕੋਲ ਇਹ ਹੈਗਾ ਐਕਸ ਵਾਈ ਵਾਈ ਡੈਸ਼ ਐਕਸ ਡੈਸ਼, ਕੋਈ ਵੀ ਟਰਾਂਸਪੇਰੈਂਟ ਮਟੀਰੀਅਲ ਹੈ। ਇਸ ਦੇ ਵਿੱਚ ਉੱਪਰ ਉਹ ਇਹ ਜਿਹੜੀ ਲਾਈਟ ਆ ਉਹ ਇੰਸੀਡੈਂਟ ਕਰ ਰਹੀ ਹੈ। ਜਦੋਂ ਉਹ ਇਹ ਲਾਈਟ ਨੇ ਇੰਸੀਡੈਂਟ ਕੀਤਾ ਦੈਨ ਕੁਛ ਪਾਰਟ ਹੈ ਜਿਹੜਾ ਪਾਰਸ਼ਲੀ ਰਿਫਰੈਕਟ ਹੋਏਗਾ, ਪਾਰਸ਼ਲੀ ਰਿਫਲੈਕਸ਼ਨ ਹੋਏਗਾ। ਇਹ ਏ ਸੀ ਦੇ ਅਲੋਂਗ ਇਹ ਰਿਫਲੈਕਟ ਹੋਊਗੀ ਥੋੜ੍ਹਾ ਜਿਹਾ ਪਾਰਟ, ਅਤੇ ਕੁਛ ਪਾਰਟ ਏ ਬੀ ਦੇ ਕਰਸਪੋਂਡਿੰਗ ਰਿਫਰੈਕਟ ਹੋਇਆ। ਠੀਕ ਹੈ, ਹੁਣ ਇਹ ਵਾਲਾ ਜਿਹੜਾ ਪਾਰਟ ਹੈਗਾ ਏ ਬੀ ਇਹ ਫਿਰ ਰਿਫਰੈਕਟ ਹੋਇਆ ਅਤੇ ਕੁਛ ਪਾਰਟ ਰਿਫਲੈਕਟ ਹੋਇਆ। ਇਹ ਜਿਹੜਾ ਪਾਰਟ ਰਿਫਲੈਕਟ ਹੋਇਆ ਫਿਰ ਇਸ ਦੀ ਰੀਫਰੈਕਸ਼ਨ ਹੋਏਗੀ ਅਤੇ ਕੁਛ ਪਾਰਟ ਇਸ ਦਾ ਰਿਫਲੈਕਸ਼ਨ ਹੋਏਗਾ। ਇਹ ਵਾਲਾ ਜਿਹੜਾ ਰਿਫਲੈਕਟ ਪਾਰਟ ਹੈ ਕੁਛ ਪਾਰਟ ਫਿਰ ਤੁਹਾਡੇ ਕੋਲ ਰਿਫਲੈਕਟ ਹੋ ਗਿਆ ਅਤੇ ਕੁਛ ਪਾਰਟ ਰੀਫਰੈਕਟ ਹੋ ਗਿਆ। ਫਿਰ ਜਦੋਂ ਇੱਥੇ ਲਾਈਟ ਪਹੁੰਚੀ ਕੁਛ ਪਾਰਟ ਇਸ ਦਾ ਰਿਫਲੈਕਟ ਹੋਇਆ ਅਤੇ ਕੁਛ ਪਾਰਟ ਇਸ ਦਾ ਰੀਫਰੈਕਟਡ ਹੋਇਆ। ਤਾਂ ਆਪਣੇ ਕੋਲ ਏ ਸੀ, ਏ ਡੈਸ਼ ਸੀ ਡੈਸ਼, ਏ ਡਬਲ ਡੈਸ਼ ਸੀ ਡੈਸ਼ ਇਸ ਦੇ ਕਰਸਪੋਂਡਿੰਗ ਇਹ ਵਾਲੀਆਂ ਲਾਈਟਸ ਪੈਰਲਲ ਹੋਣਗੀਆਂ ਅਤੇ ਇੱਧਰੋਂ ਬੀ ਡੀ, ਬੀ ਡੈਸ਼ ਡੀ, ਬੀ ਡਬਲ ਡੈਸ਼ ਡੀ ਡਬਲ ਡੈਸ਼ ਇਹ ਵਾਲੀਆਂ ਲਾਈਟ ਪੈਰਲਲ ਹੋਣਗੀਆਂ। ਤਾਂ ਇਹ ਵਾਲੀਆਂ ਲਾਈਟ ਦੇ ਰਾਸਤੇ ਦੇ ਵਿੱਚ ਲੈਂਸ ਯੂਜ਼ ਕਰਾਂਗੇ L1 ਅਤੇ L2। ਇਹ ਵਾਲੇ ਜਿਹੜੇ ਲੈਂਸ ਯੂਜ਼ ਕੀਤੇ ਹੈ ਇਸ ਦਾ ਪਰਪਸ ਕੀ ਹੈਗਾ ਤੁਹਾਡੇ ਕੋਲ ਇੰਟਰਫੇਰੈਂਸ ਹੋ ਸਕੇ ਮੈਕਸੀਮਾ ਜਾਂ ਮਿਨੀਮਾ P1 ਜਾਂ P2 ਪੁਆਇੰਟ ਦੇ ਉੱਪਰ ਲੋਕੇਟ ਹੋ ਸਕੇ। ਇਸ ਦੇ ਨਾਲ refraction of light wave at a interface of denser medium introduce a additional path difference। ਇਸ ਦੇ ਨਾਲ additional path difference introduce ਹੋਏਗਾ, ਉਸ ਦੇ ਕਾਰਨ ਲੋਕੇਸ਼ਨ ਆਫ ਇੰਟਰਫੇਰੈਂਸ ਮੈਕਸੀਮਾ ਜਾਂ ਮਿਨੀਮਾ ਦੀ ਇਫੈਕਟ ਹੋ ਸਕਦੀ ਹੈ।